ਹਾਂਜੀ ਦੋਸਤੋ, ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਦੇ ਉੱਪਰ। ਉਮੀਦ ਹੈ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ। ਜਿਸ ਤਰ੍ਹਾਂ ਇਸ ਚੈਨਲ ਦਾ ਨਾਮ ਹੈ ਪੰਜਾਬ ਗਿਆਨ ਦਰਪਣ, ਹਰ ਇੱਕ ਪੰਜਾਬੀ ਵਾਸਤੇ ਕੋਈ ਵੀ ਗਿਆਨ ਦੀ ਗੱਲ ਜਿਹੜੀ ਮੈਨੂੰ ਲੱਗਦਾ ਹੈ ਕਿ ਮੈਨੂੰ ਸਾਂਝੀ ਕਰਨੀ ਚਾਹੀਦੀ ਹੈ, ਉਹ ਆਪਾਂ ਇਸ ਚੈਨਲ ਤੇ ਹਰ ਵਾਰ ਲੈ ਕੇ ਆਉਂਦੇ ਹਾਂ। ਔਰ ਜੇ ਤੁਸੀਂ ਇਸ ਚੈਨਲ ਦੀਆਂ ਵੀਡੀਓ ਨੂੰ ਪਸੰਦ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰਿਆ ਕਰੋ, ਔਰ ਨਾਲ ਹੀ ਜਿਨ੍ਹਾਂ ਨੇ ਅਜੇ ਤੱਕ ਘੰਟੀ ਵਾਲਾ ਬਟਨ ਨਹੀਂ ਦਬਾਇਆ, ਭਾਵ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀ ਹੋਰ ਗਿਆਨ ਦੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਜਾਵੇ, ਤੁਸੀਂ ਆਪ ਵੀ ਲਾਹਾ ਉਠਾ ਸਕੋ ਔਰ ਹੋਰਨਾਂ ਤੱਕ ਵੀ ਇਸ ਨੂੰ ਸ਼ੇਅਰ ਕਰ ਸਕੋ। ਸੋ ਅੱਜ ਦੀ ਜਿਹੜੀ ਵੀਡੀਓ ਹੈ, ਖਾਸ ਤੌਰ ਤੇ ਮੈਂ ਭਾਰਤੀ ਫੌਜ ਦੇ ਵਿੱਚ ਜੋ ਨੌਜਵਾਨ ਬੱਚੇ, ਸਿੱਖ ਨੌਜਵਾਨ ਖਾਸ ਕਰਕੇ ਗ੍ਰੰਥੀ ਭਰਤੀ ਹੋਣਾ ਚਾਹੁੰਦੇ ਨੇ, ਉਹਨਾਂ ਵਾਸਤੇ ਮੈਂ ਲੈ ਕੇ ਆਇਆ। ਬਹੁਤ ਹੀ ਜ਼ਰੂਰੀ ਸਬਜੈਕਟ ਹੈ, ਕਿਉਂਕਿ ਪਿਛਲੇ ਸਮੇਂ ਵਿੱਚ ਮੈਂ ਇੱਕ ਵੀਡੀਓ ਬਣਾਈ ਸੀ ਕਿ ਭਾਰਤੀ ਫੌਜ ਦੇ ਵਿੱਚ ਰਿਲੀਜੀਅਸ ਟੀਚਰ ਗ੍ਰੰਥੀ ਦੀ ਭਰਤੀ ਪ੍ਰਕਿਰਿਆ ਦੀ ਪੂਰੀ ਜਾਣਕਾਰੀ। ਸੋ ਬੜੇ ਮੈਨੂੰ ਫੋਨ ਆਏ ਉਹਨਾਂ ਵੀਰਾਂ ਦੇ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਫੌਜ ਵਿੱਚ ਗ੍ਰੰਥੀ ਦੀ ਭਰਤੀ ਵਾਸਤੇ ਰਿਟਨ ਐਗਜ਼ਾਮ ਦਿੱਤਾ ਹੈ ਆਨਲਾਈਨ। ਸੋ ਹੁਣ ਉਹਨਾਂ ਦੀ ਇੰਟਰਵਿਊ ਹੋਣੀ ਹੈ। ਸੋ ਮੈਨੂੰ ਬਹੁਤ ਫੋਨ ਆਏ ਕਿ ਤੁਸੀਂ ਇੰਟਰਵਿਊ ਕਿਸ ਤਰ੍ਹਾਂ ਹੁੰਦੀ ਹੈ, ਕੀ ਕੀ ਮੁਸ਼ਕਲ ਆਉਂਦੀਆਂ ਨੇ, ਕਿਹੜੇ ਪ੍ਰਸ਼ਨ ਜਿਹੜੇ ਇੰਟਰਵਿਊ ਵਿੱਚ ਪੁੱਛੇ ਜਾਂਦੇ ਨੇ, ਸੋ ਉਹਦੇ 'ਤੇ ਜ਼ਰੂਰ ਇੱਕ ਵੀਡੀਓ ਬਣਾਇਓ। ਸੋ ਮੈਂ ਉਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਦੀ ਵੀਡੀਓ ਬਣਾ ਰਹੇ ਹਾਂ, ਖਾਸ ਕਰਕੇ ਉਹਨਾਂ ਨੌਜਵਾਨਾਂ ਦੇ ਲਈ ਜਿਹੜੇ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਦੀ ਭਾਰਤੀ ਫੌਜ ਵਿੱਚ ਗ੍ਰੰਥੀ ਵਾਸਤੇ ਇੰਟਰਵਿਊ ਹੋਣੀ ਹੈ। ਸੋ ਮੇਰੀਆਂ ਗੱਲਾਂ ਸਾਰੀਆਂ ਤੁਸੀਂ ਧਿਆਨ ਨਾਲ ਸੁਣਿਓ, ਕਿਉਂਕਿ ਮੈਂ ਆਪ ਵੀ ਕਈ ਇੰਟਰਵਿਊ ਦੇਖੀਆਂ ਨੇ। ਮੈਂ ਆਪ ਵੀ ਇੰਟਰਵਿਊ ਦਿੱਤੀ ਹੈ ਰਿਲੀਜੀਅਸ ਟੀਚਰ ਦੀ ਆਰਮੀ ਦੇ ਵਿੱਚ, ਅਤੇ ਉਹ ਇੰਟਰਵਿਊ ਦੇ ਵਿੱਚ ਕੀ ਕੁਝ ਪੁੱਛਿਆ ਜਾਂਦਾ ਹੈ, ਕੀ ਕੁਝ ਮੁਸ਼ਕਲ ਆਉਂਦੀ ਹੈ, ਔਰ ਕੀ ਸਾਡੀ ਪਹਿਲਾਂ ਤੋਂ ਤਿਆਰੀ ਹੋਣੀ ਚਾਹੀਦੀ ਹੈ, ਉਹਦੇ ਸੰਬੰਧ ਵਿੱਚ ਜਿਹੜੀ ਮੈਂ ਅੱਜ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਨੀ ਹੈ। ਔਰ ਤੁਸੀਂ ਆਪ ਵੀ, ਜੇ ਤੁਸੀਂ ਐਗਜ਼ਾਮ ਦੇਣ ਇੰਟਰਵਿਊ ਦੇਣੀ ਹੈ ਤਾਂ ਤੁਸੀਂ ਆਪ ਵੀ ਵੀਡੀਓ ਪੂਰੀ ਸੁਣਿਓ। ਜੇ ਤੁਹਾਨੂੰ ਲੱਗਦਾ ਹੈ ਕਿਸੇ ਤੁਹਾਡੇ ਹੋਰ ਦੋਸਤ ਮਿੱਤਰ ਦੇ ਕੰਮ ਆ ਸਕਦੀ ਹੈ ਇਹ ਗੱਲ, ਹੋਰ ਵੀ ਕਿਸੇ ਨੌਕਰੀ ਵਾਸਤੇ ਤੁਸੀਂ ਇੰਟਰਵਿਊ ਦੇਣੀ ਆ, ਤਾਂ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਰੀਆਂ ਨੌਕਰੀਆਂ ਵਾਸਤੇ ਇੰਟਰਵਿਊ ਵਿੱਚ ਕਾਮਨ ਹੁੰਦੀਆਂ ਨੇ। ਸਿਲੇਬਸ ਦਾ ਫਰਕ ਹੋ ਸਕਦਾ ਹੈ, ਪਰ ਉਹਦੇ ਵਿੱਚ ਜਿਹੜੇ ਪੁਆਇੰਟ ਹੁੰਦੇ ਨੇ, ਜਿਨ੍ਹਾਂ ਦੇ ਨੰਬਰ ਲੱਗਦੇ ਨੇ ਇੰਟਰਵਿਊ ਵਿੱਚ, ਉਹ ਤਕਰੀਬਨ ਸਾਰਿਆਂ ਦੇ ਬਰਾਬਰ ਹੁੰਦੇ ਨੇ। ਸੋ ਤੁਸੀਂ ਨੋਟ ਕਰ ਲੈਣਾ। ਖਾਸ ਕਰਕੇ ਭਾਰਤੀ ਫੌਜ ਵਿੱਚ ਰਿਲੀਜੀਅਸ ਟੀਚਰ ਗ੍ਰੰਥੀ RTGS ਦੀ ਭਰਤੀ ਵਾਸਤੇ ਜਿਹੜੀ ਇੰਟਰਵਿਊ ਹੁੰਦੀ ਹੈ, ਉਹਦੇ ਵਿੱਚ ਜਿਹੜੀ ਤਿਆਰੀ ਕਰਕੇ ਤੁਸੀਂ ਜਾਣੀ ਹੈ, ਕੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਉਹ ਮੈਂ ਇਸ ਵੀਡੀਓ ਵਿੱਚ ਜਾਣਕਾਰੀ ਦੇਣ ਲੱਗਾ। ਸੋ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਰਿਲੀਜੀਅਸ ਟੀਚਰ ਦੀ ਇੰਟਰਵਿਊ ਹੁੰਦੀ ਹੈ, ਉਹਦੇ ਵਿੱਚ ਜੋ ਵੀ ਨੌਜਵਾਨ ਕੁਆਲੀਫਾਈ ਕਰਦੇ ਨੇ ਜਾਂ ਜਿਹੜੇ ਐਗਜ਼ਾਮ ਪਾਸ ਹੋ ਗਏ ਨੇ, ਉਹਨਾਂ ਨੇ ਇੰਟਰਵਿਊ ਵਿੱਚ ਜਾਣਾ ਹੈ। ਅਤੇ ਸਭ ਤੋਂ ਪਹਿਲਾਂ ਤੁਹਾਡੇ ਜਿਹੜੇ ਪਰਸਨੈਲਿਟੀ ਦੇ ਨੰਬਰ ਹੁੰਦੇ ਨੇ, ਤੁਹਾਡੇ ਖੜੇ ਹੋਣ ਦਾ ਤਰੀਕਾ, ਤੁਹਾਡੇ ਬੋਲਣ ਦਾ ਤਰੀਕਾ, ਔਰ ਤੁਸੀਂ ਜਦੋਂ ਬੋਰਡ ਦੇ ਮੈਂਬਰ ਤੁਹਾਡੇ ਕੋਲੋਂ ਕੋਈ ਸਵਾਲ ਪੁੱਛਦੇ ਨੇ ਤਾਂ ਤੁਸੀਂ ਉਹਨਾਂ 'ਤੇ ਕਾਊਂਟਰ ਕੁਐਸਚਨ ਤਾਂ ਨਹੀਂ ਕਰਦੇ, ਕਿਤੇ ਸਵਾਲ ਦੇ ਵਿੱਚੋਂ ਅੱਗੇ ਸਵਾਲ ਤਾਂ ਨਹੀਂ ਕਰਦੇ, ਕਿ ਤੁਸੀਂ ਠਰਮੇ ਨਾਲ ਜਵਾਬ ਦਿੰਦੇ ਹੋ, ਕਾਲੇ ਤਾਂ ਨਹੀਂ ਪੈਂਦੇ। ਇਹ ਸਾਰੀਆਂ ਤੁਹਾਡੇ ਬੋਲ ਚਾਲ, ਤੁਹਾਡੇ ਹਾਵ ਭਾਵ, ਤੁਹਾਡੇ ਟਰਨ ਆਊਟ ਦੇ ਵੀ ਨੰਬਰ ਹੁੰਦੇ ਨੇ। ਤੁਸੀਂ ਜੋ ਕੱਪੜੇ ਪਾਏ ਨੇ ਉਹ ਪ੍ਰੋਪਰ, ਕੋਈ ਬਹੁਤੇ ਰੰਗਦਾਰ ਭੜਕੀਲੇ ਕੱਪੜੇ ਤਾਂ ਨਹੀਂ ਪਾਏ, ਔਰ ਜਿਹੜੀ ਤੁਸੀਂ ਦਸਤਾਰ ਸਜਾਈ ਹੈ, ਜੇ ਤੁਸੀਂ ਜੈਕਟ ਪਾਈ ਆ, ਉਹ ਸਾਰੀਆਂ ਚੀਜ਼ਾਂ, ਤੁਸੀਂ ਹੁਣ ਹੱਥਾਂ ਵਿੱਚ ਅੰਗੂਠੀਆਂ ਪਾਈਆਂ ਹੋਣ ਅਤੇ ਬਰੈਸਲੇਟ ਪਾਏ ਹੋਣ ਹੱਥ 'ਤੇ ਮੁੰਦਰੀਆਂ ਛਾਪਾਂ ਪਾਈਆਂ ਹੋਣ ਅਤੇ ਚੱਲਿਓ ਤੁਸੀਂ ਧਰਮ ਗੁਰੂ ਭਰਤੀ ਹੋਣ, ਸੋ ਉਹ ਚੀਜ਼ਾਂ ਮੈਚ ਨਹੀਂ ਕਰਦੀਆਂ। ਇਹਨਾਂ ਚੀਜ਼ਾਂ ਨਾਲ ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਣਾ। ਔਰ ਮੋਬਾਈਲ ਫੋਨ, ਜੇ ਤੁਸੀਂ, ਪਹਿਲੀ ਗੱਲ ਤਾਂ ਤੁਹਾਡਾ ਉੱਥੇ ਅੰਦਰ ਲਿਜਾਣ ਨਹੀਂ ਦੇਣਾ, ਫਿਰ ਵੀ ਉਹ ਚੀਜ਼ਾਂ ਨਾਲ ਤੁਸੀਂ ਧਿਆਨ ਰੱਖਣਾ ਕਿ ਤੁਹਾਡੀ ਵਜ੍ਹਾ ਨਾਲ ਉਹ ਬੋਰਡ ਦੇ ਵਿੱਚ ਜਿਹੜਾ ਇੰਟਰਵਿਊ ਦਾ ਮਾਹੌਲ ਹੈ ਉਹ ਡਿਸਟਰਬ ਨਹੀਂ ਹੋਣਾ ਚਾਹੀਦਾ। ਨੰਬਰ 2 'ਤੇ ਜਿਹੜੀ ਇੰਟਰਵਿਊ ਦੀ ਗੱਲ ਹੁੰਦੀ ਹੈ ਜਿਹੜੀ ਗ੍ਰੰਥੀ ਵਾਸਤੇ, ਉਹ ਹੈ ਤੁਹਾਨੂੰ ਕੀਰਤਨ ਆਉਣਾ ਚਾਹੀਦਾ। ਇਹ ਜ਼ਰੂਰ ਗੱਲ ਧਿਆਨ ਵਿੱਚ ਰੱਖਿਓ। ਤੁਹਾਨੂੰ ਸ਼ਬਦ ਕੀਰਤਨ, ਜਿੰਨੇ ਵੀ ਆਰਮੀ ਦੇ ਵਿੱਚ ਗੁਰਪੁਰਬ ਮਨਾਏ ਜਾਂਦੇ ਨੇ, ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ ਤਾਂ ਉਹਦੇ ਨਾਲ ਸੰਬੰਧਿਤ ਸ਼ਬਦ, ਵਿਸਾਖੀ ਨਾਲ ਸੰਬੰਧਿਤ ਸ਼ਬਦ, ਔਰ ਹਰ ਹਫ਼ਤੇ ਸ਼ਨੀਵਾਰ ਜਾਂ ਐਤਵਾਰ ਉੱਥੇ ਮੰਦਿਰ ਜਾਂ ਗੁਰਦੁਆਰਾ ਪਰੇਡ ਹੁੰਦੀ ਹੈ, ਉਹਦੇ ਵਿੱਚ ਤੁਸੀਂ 2-3 ਸ਼ਬਦ ਹਰ ਰੋਜ਼ਾਨਾ ਪੜ੍ਹਨੇ ਨੇ। ਹਰ ਪ੍ਰੋਗਰਾਮ ਦੇ ਵਿੱਚ, ਉਹ ਕਈ ਯੂਨਿਟਾਂ ਦੇ ਵਿੱਚ ਤਾਂ ਰੋਜ਼ਾਨਾ ਵੀ ਕੀਰਤਨ ਹੁੰਦਾ ਹੈ,
ਤਾਂ ਤੁਹਾਨੂੰ ਕੀਰਤਨ ਜਿਹੜਾ ਉਹ ਪ੍ਰੋਪਰ ਹਾਰਮੋਨੀਅਮ ਨਾਲ ਆਉਣਾ ਚਾਹੀਦਾ। ਠੀਕ ਹੈ, ਤੁਹਾਨੂੰ ਰਾਗਾਂ 'ਚ ਕੀਰਤਨ ਨਹੀਂ ਆਉਂਦਾ, ਉਹ ਅਲੱਗ ਗੱਲ ਹੈ, ਪਰ ਤੁਹਾਨੂੰ ਸ਼ਬਦ ਜਿਹੜੇ ਕੀਰਤਨ ਨਾਲ, ਹਾਰਮੋਨੀਅਮ ਨਾਲ, ਤਬਲੇ ਨਾਲ ਤੁਹਾਡੀ ਤਾਲ ਬਣਨੀ ਚਾਹੀਦੀ ਹੈ। ਔਰ ਕੋਸ਼ਿਸ਼ ਕਰੋ, ਜਿਹੜੇ ਬੱਚੇ ਮਿਹਨਤ ਕਰ ਸਕਦੇ ਆ, ਜੇ ਟਾਈਮ ਕਾਫੀ ਪਿਆ, ਤੁਸੀਂ ਤਬਲਾ ਜ਼ਰੂਰ ਸਿੱਖੋ, ਕਿਉਂਕਿ ਜੇ ਤੁਹਾਨੂੰ ਤਬਲਾ ਆਉਂਦਾ ਹੋਏਗਾ ਇੰਟਰਵਿਊ ਬੋਰਡ ਦੇ ਵਿੱਚ, ਉੱਥੇ ਮੰਨ ਲਓ ਕਿ ਤਬਲਾ ਵਜਾਉਣ ਵਾਲਾ ਬੱਚਾ ਹੈ, ਉਹ ਤੁਹਾਡੇ ਵਿੱਚੋਂ ਹੀ ਹੈ, ਅਗਰ ਉਹਨੇ ਸ਼ਬਦ ਪੜ੍ਹਨਾ ਹੋਏਗਾ, ਤੁਸੀਂ ਤਬਲਾ ਵਜਾਓਗੇ, ਤਾਂ ਤੁਹਾਡੇ ਜਿਹੜੇ ਬੋਰਡ ਦੀਆਂ ਨਜ਼ਰਾਂ ਦੇ ਵਿੱਚ ਜਾਂ ਉੱਥੇ ਜਿਹੜੇ ਗ੍ਰੰਥੀ ਸਿੰਘ ਹੋਣਗੇ ਵੀ ਇਹ ਬੱਚੇ ਨੇ ਐਕਸਟਰਾ ਮਿਹਨਤ ਕੀਤੀ ਦੂਜਿਆਂ ਦੇ ਨਾਲੋਂ। ਔਰ ਦੂਸਰੀ ਗੱਲ ਹੈ ਕਿ ਮੰਨ ਲਓ ਤੁਸੀਂ ਉੱਥੇ ਇੰਟਰਵਿਊ ਦੇ ਵਿੱਚ ਸ਼ਬਦ ਸੁਣਾ ਰਹੇ ਹੋ, ਕੀਰਤਨ ਦੇ ਵਿੱਚ ਇੰਟਰਵਿਊ ਦੇ ਰਹੇ ਹੋ, ਕੀਰਤਨ ਤੁਹਾਡੇ ਕੋਲੋਂ ਸੁਣਿਆ ਜਾ ਰਿਹਾ, ਤੇ ਜੋ ਬੰਦਾ ਤਬਲਾ ਵਜਾ ਰਿਹਾ ਮੰਨ ਲਓ ਤੁਹਾਡੇ ਨਾਲ ਤਾਲਮੇਲ ਨਹੀਂ ਬੈਠ ਰਿਹਾ, ਤੇ ਤੁਹਾਡੀ ਕਾਬਲੀਅਤ ਇਹੀ ਹੈ ਕਿ ਜਿਵੇਂ ਵੀ ਤਬਲਾ ਵਜਾ ਰਿਹਾ, ਜਿਹੜੀ ਵੀ ਤਾਲ ਵਿੱਚ ਵਜਾ ਰਿਹਾ, ਤੁਸੀਂ ਉਹਦੇ ਨਾਲ ਰਲ ਕੇ ਸ਼ਬਦ ਕੰਪਲੀਟ ਕਰ ਦੇਣਾ, ਕਿਉਂਕਿ ਇੰਟਰਵਿਊ ਦਾ ਟਾਈਮ ਇੰਨਾ ਨਹੀਂ ਹੁੰਦਾ ਕਿ ਤੁਸੀਂ ਪਹਿਲਾਂ ਉਹਨੂੰ ਦੱਸੋ ਵੀ ਕੀ ਵਜਾਉਣਾ, ਫਿਰ ਉਹ ਤੁਹਾਨੂੰ ਵਜਾ ਕੇ ਸਮਝੇ, ਫਿਰ ਤੁਹਾਡੇ ਵਿੱਚ ਸ਼ਬਦ ਦੇ ਵਿੱਚ ਤਾਲ ਟੁੱਟੀ ਜਾਵੇ, ਨਹੀਂ। ਕਿਉਂਕਿ ਜਦੋਂ ਤੁਸੀਂ RTGSP ਬਣ ਕੇ ਜਾਓਗੇ, ਕਈ ਯੂਨਿਟਾਂ ਆਰਮੀ ਦੇ ਵਿੱਚ ਐਸੀਆਂ ਹੁੰਦੀਆਂ ਜਿੱਥੇ ਤੁਹਾਨੂੰ ਪ੍ਰੋਗਰਾਮ ਕਰਨ ਵਾਸਤੇ ਵੀ ਤਬਲਾ ਵਜਾਉਣ ਵਾਲਾ ਸਿੰਘ ਨਹੀਂ ਲੱਭਦਾ, ਤੁਹਾਨੂੰ ਢੋਲਕੀ ਦੇ ਨਾਲ ਜਾਂ ਕਈ ਵਾਰੀ ਬਿਨਾਂ ਢੋਲਕੀ ਤਬਲੇ ਤੋਂ ਤੁਹਾਨੂੰ ਸਿਰਫ ਸ਼ਬਦ ਪੜ੍ਹ ਕੇ ਕਥਾ ਕਰਕੇ ਘੰਟੇ ਦਾ ਪ੍ਰੋਗਰਾਮ ਕਰਨਾ ਪੈਂਦਾ ਹੈ। ਸੋ ਤੁਸੀਂ ਹਾਲਾਤਾਂ ਅਨੁਸਾਰ ਉੱਥੇ ਆਪਣੇ ਆਪ ਨੂੰ ਢਾਲਣ ਦਾ ਜਿਹੜਾ ਤਰੀਕਾ ਤੁਹਾਨੂੰ ਆਉਣਾ ਚਾਹੀਦਾ। ਤੁਸੀਂ ਇੱਥੇ ਇੰਟਰਵਿਊ 'ਚ ਇਹ ਇਲਜ਼ਾਮ ਨਾਲ ਆਇਓ ਵੀ ਤਬਲੇ ਵਾਲਾ ਬੰਦਾ ਠੀਕ ਨਹੀਂ, ਕੀਰਤਨ ਮੈਨੂੰ ਬਹੁਤ ਆਉਂਦਾ ਸੀ। ਉਹ ਤਬਲੇ ਵਾਲਾ ਬੰਦਾ ਵਧੀਆ ਹੋਏਗਾ ਪ੍ਰੋਪਰ, ਬੜੀ ਚੰਗੀ ਗੱਲ ਹੈ, ਪਰ ਜੇ ਉਹ ਤਬਲਾ ਨਾਰਮਲ ਵੀ ਜਾਣਦਾ ਹੋਏਗਾ ਤਾਂ ਤੁਹਾਨੂੰ ਉੱਥੇ ਸ਼ਬਦ ਪੜ੍ਹਨਾ ਆਉਣਾ ਚਾਹੀਦਾ ਹੈ। ਔਰ ਕਥਾ ਵਿਚਾਰ ਜਿਹੜੀ ਤੁਹਾਡੇ ਕੋਲੋਂ ਸੁਣੀ ਜਾਏਗੀ ਇੰਟਰਵਿਊ ਦੇ ਵਿੱਚ, ਉਹਦੇ ਵਿੱਚ ਤੁਸੀਂ ਜੋ ਵੀ ਗੁਰਪੁਰਬ 'ਤੇ ਕਥਾ ਕਰਨੀ ਆ ਜਾਂ ਹਫ਼ਤਾਵਾਰੀ ਪ੍ਰੋਗਰਾਮ ਕਰਨਾ, ਤੁਹਾਨੂੰ ਇੰਟਰਵਿਊ 'ਚ ਪੁੱਛਣਗੇ ਕਿ ਤੁਹਾਡੀ ਯੂਨਿਟ ਦੇ ਵਿੱਚ ਵਿਸਾਖੀ ਦਾ ਪੁਰਬ ਹੈ, ਤਾਂ ਤੁਸੀਂ ਕਿਵੇਂ ਜਿਹੜਾ ਉੱਥੇ ਕਥਾ ਵਿਚਾਰ ਕਰੋਗੇ, ਤਾਂ ਤੁਸੀਂ ਵਿਸਾਖੀ ਦੇ ਸੰਬੰਧ ਵਿੱਚ ਉੱਥੇ 1-2 ਮਿੰਟ ਦੱਸ ਕੇ ਔਰ ਭੂਮਿਕਾ ਬਣਾ ਕੇ, ਔਰ ਤੁਹਾਡੇ ਜਿਹੜੇ ਲੈਕਚਰ ਦੇ ਵਿੱਚੋਂ ਜਿਹੜੀ ਵਿਸਾਖੀ ਦੀ ਭਾਰਤੀ ਫੌਜ ਦੇ ਨੌਜਵਾਨਾਂ ਵਾਸਤੇ ਸਿੱਖਿਆ ਕੀ ਹੈ, ਉਹ ਤੁਹਾਡੇ ਲੈਕਚਰ ਦੇ ਵਿੱਚੋਂ ਝਲਕਣੀ ਚਾਹੀਦੀ ਹੈ। ਕੋਈ ਵੀ ਤੁਹਾਡੇ ਕੋਲੋਂ ਜਦੋਂ ਉੱਥੇ ਲੈਕਚਰ ਸੁਣਾਇਆ ਜਾਂਦਾ ਹੈ, ਉਹਦੇ ਵਿੱਚੋਂ ਜਿਹੜਾ ਤੁਸੀਂ ਜਵਾਨਾਂ ਨੂੰ ਮੋਟੀਵੇਟ ਕਿਵੇਂ ਕਰਦੇ ਹੋ ਤਾਂ ਕਿ ਉਹ ਆਪਣੀ ਡਿਊਟੀ ਜਿਹੜੀ ਹੌਸਲੇ, ਦਲੇਰੀ ਨਾਲ, ਦ੍ਰਿੜਤਾ ਨਾਲ, ਉਹ ਨਿਡਰ ਹੋ ਕੇ ਖੁਸ਼ ਰਹਿ ਕੇ ਆਪਣੀ ਫੌਜ ਦੀ ਡਿਊਟੀ ਕਰ ਸਕਣ, ਇਹ ਤੁਹਾਡੀ ਕਥਾ ਵਿਚਾਰ ਦੇ ਵਿੱਚੋਂ ਇਹ ਚੀਜ਼ ਮੁੱਖ ਹੋਣੀ ਚਾਹੀਦੀ ਹੈ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਔਰ ਦੂਸਰਾ, ਜੇ ਤੁਸੀਂ ਅਰਦਾਸ ਤੁਹਾਡੇ ਕੋਲੋਂ ਸੁਣੀ ਜਾਂਦੀ ਆ ਤਾਂ ਇਹ ਨਹੀਂ ਵੀ ਤੁਸੀਂ ਬਹੁਤੀ ਲੰਬੀ ਜਿਵੇਂ ਹਰਿਮੰਦਰ ਸਾਹਿਬ ਅਰਦਾਸ ਕੀਤੀ ਜਾਂਦੀ ਹੈ, ਨਹੀਂ। ਜੋ ਗੁਟਕਾ ਸਾਹਿਬ ਦੇ ਵਿੱਚ ਅਰਦਾਸ ਹੈ, ਕੋਸ਼ਿਸ਼ ਕਰਨੀ ਆ ਉਨੀ ਹੀ ਅਰਦਾਸ ਤੁਸੀਂ ਉਹੀ ਸ਼ਬਦ ਜਿਹੜੇ ਉਹ ਯੂਜ਼ ਕਰਨੇ ਨੇ। ਔਰ ਉਸ ਤਰ੍ਹਾਂ ਜਦੋਂ ਤੁਸੀਂ ਹੁਕਮਨਾਮਾ ਲੈਣਾ ਤਾਂ ਜ਼ਰੂਰੀ ਨਹੀਂ ਕਿ ਪਹਿਲਾਂ ਤੁਸੀਂ ਰੁਮਾਲਾ ਸਾਹਿਬ ਹਟਾਉਣ ਤੋਂ ਪਹਿਲਾਂ ਤੁਸੀਂ ਸ਼ਲੋਕ ਪੜ੍ਹੀ ਜਾਓ ਬੈਠੇ, ਕਿਉਂਕਿ ਟਾਈਮ ਉਹਨਾਂ ਕੁ ਹੁੰਦਾ। ਤੁਸੀਂ ਕੋਈ ਵੀ ਇੱਕ ਸ਼ਲੋਕ ਪੜ੍ਹ ਕੇ ਗੁਰੂ ਸਾਹਿਬ ਜੀ ਦਾ, ਤੇ ਤੁਸੀਂ ਨਾਲ ਦੀ ਨਾਲ ਰੁਮਾਲਾ ਸਾਹਿਬ ਹਟਾ ਕੇ ਤੁਸੀਂ ਹੁਕਮਨਾਮਾ ਲੈਣਾ ਸ਼ੁਰੂ ਕਰ ਦੇਣਾ। ਇਸ ਤਰ੍ਹਾਂ ਕਈ ਵਾਰ ਇੰਟਰਵਿਊ 'ਚ ਪੁੱਛਿਆ ਜਾਂਦਾ ਕਿ ਜੇ 5 ਮਿੰਟ ਵਿੱਚ ਅਰਦਾਸ ਕਰਨੀ ਹੋਵੇ ਤਾਂ ਆਮ ਤੌਰ ਤੇ ਜਿਹੜੇ ਸਿਵਲੀਅਨ ਬੱਚੇ ਨੇ, ਜਿਹੜੇ 2-2, 3-3 ਸਾਲ ਜਿਨ੍ਹਾਂ ਨੇ ਕੋਰਸ ਕੀਤੇ ਨੇ, ਉਹ ਕਹਿੰਦੇ ਨਹੀਂ ਜੀ 5 ਵਿੱਚ ਅਰਦਾਸ ਹੁੰਦੀ ਨਹੀਂ ਹੈ। ਤੇ ਤੁਸੀਂ ਉੱਥੇ ਇਹ ਇੰਟਰਵਿਊ ਦੇ ਵਿੱਚ ਕਹਿਣਾ ਨਹੀਂ ਜੀ ਅਰਦਾਸ ਤੁਸੀਂ ਜਾਂ 1 ਮਿੰਟ ਵਿੱਚ ਕਰਦੇ ਹੋ, ਅਰਦਾਸ ਤਾਂ ਅਰਦਾਸ ਹੀ ਹੈ ਨਾ, ਜ਼ਰੂਰੀ ਨਹੀਂ ਕਿ ਤੁਸੀਂ ਜੋ ਲਿਖੀ ਉਹ ਅਰਦਾਸ ਹੀ ਕਰਨੀ, ਉਹ ਤਾਂ ਆਪਾਂ ਗੁਰਦੁਆਰਾ ਸਾਹਿਬ ਕਰਨੀ। ਜਦੋਂ ਕਿਤੇ ਫੌਜ ਦੀ ਪਾਰਟੀ ਮੂਵ ਕਰਦੀ ਹੈ ਤਾਂ ਤੁਹਾਡੇ ਕੋਲ 2-3 ਵੱਧ ਤੋਂ ਵੱਧ 5 ਮਿੰਟ ਹੋਣਗੇ ਅਰਦਾਸ ਕਰਨ ਦੇ ਲਈ, ਤਾਂ ਤੁਹਾਨੂੰ ਉਹ ਜਿਹੜਾ ਅਰਦਾਸ ਦਾ ਪਹਿਲਾ ਪਹਿਰਾ ਔਰ ਜਿਹੜੇ ਪਹਿਰੇ ਦੇ ਵਿੱਚ ਆਪਾਂ ਨਾਮ ਲੈਣਾ ਵੀ ਕਿਸ ਕਾਰਜ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ, ਉਹ ਦੋਨੇ ਪਹਿਰੇ ਜੋੜ ਕੇ ਤੁਸੀਂ ਜਿਹੜੀ ਅਰਦਾਸ ਹੈ ਉਹ ਤੁਸੀਂ ਕੰਪਲੀਟ ਕਰਨੀ ਹੈ। ਔਰ ਨਾਲ ਹੀ ਉੱਥੇ ਜਦੋਂ ਤੁਸੀਂ ਕੀਰਤਨ ਕਰਨਾ, ਇਹ ਗੱਲ ਮੇਰੀ ਜ਼ਰੂਰ ਧਿਆਨ ਵਿੱਚ ਰੱਖਿਓ ਕਿ ਜਿਹੜੇ ਤੁਸੀਂ ਸ਼ਬਦ ਪੜ੍ਹਦੇ ਨੇ, ਮੰਨ ਲਓ ਤੁਹਾਨੂੰ ਕਿਹਾ ਜਾਂਦਾ ਵੀ ਕੋਈ ਇੱਕ ਸ਼ਬਦ ਪੜ੍ਹੋ, ਤਾਂ ਤੁਸੀਂ ਫੋਨ ਨਹੀਂ ਖੋਲ੍ਹ ਕੇ ਬੈਠ ਜਾਣਾ ਉੱਥੇ, ਜਾਂ ਅੰਮ੍ਰਿਤ ਕੀਰਤਨ ਦੀ ਪੋਥੀ ਨਹੀਂ। ਕੋਸ਼ਿਸ਼ ਕਰਿਓ, ਤੁਹਾਡੇ ਕੋਲ ਟਾਈਮ ਬਹੁਤ ਹੈ, ਜੇ ਤੁਹਾਨੂੰ ਸ਼ਬਦ ਆਉਂਦੇ ਨੇ, ਤੁਹਾਨੂੰ ਜਿਹੜੇ ਸ਼ਬਦ ਤੁਹਾਡੇ ਫੇਵਰਟ ਨੇ, ਤੁਹਾਨੂੰ ਚੰਗਾ ਲੱਗਦਾ ਹੈ ਕਿ ਜਦੋਂ ਤੁਹਾਨੂੰ ਕਦੇ ਵੀ ਕੋਈ ਸ਼ਬਦ ਪੜ੍ਹੋ ਮੈਂ ਆਹ ਪੜ੍ਹਨਾ, ਤਾਂ ਉਹ ਤੁਸੀਂ ਜ਼ੁਬਾਨੀ ਯਾਦ ਕਰ ਲਓ। ਵੇਖ ਕੇ ਸ਼ਬਦ ਪੜ੍ਹਨ ਦੀ ਆਦਤ ਰਾਗੀ ਸਿੰਘ ਨੂੰ, ਕੀਰਤਨੀ ਨੂੰ ਨਹੀਂ ਹੋਣੀ ਚਾਹੀਦੀ। ਤੁਸੀਂ ਜੇ ਇੰਟਰਵਿਊ ਵਿੱਚ ਜ਼ੁਬਾਨੀ ਸ਼ਬਦ ਪੜ੍ਹੋਗੇ ਤਾਂ ਉਹਦਾ ਪ੍ਰਭਾਵ ਵੀ ਲੱਗ ਪਏਗਾ, ਤੁਹਾਡਾ ਸ਼ਬਦ ਵਿੱਚ ਧਿਆਨ ਵੀ ਵੱਧ ਲੱਗੇਗਾ। ਇਹ ਗੱਲ ਜ਼ਰੂਰ ਤੁਸੀਂ ਧਿਆਨ ਵਿੱਚ ਰੱਖਣੀ ਹੈ। ਔਰ ਤੀਸਰਾ, ਜਿਹੜਾ ਤੁਹਾਨੂੰ ਧਾਰਮਿਕ ਸੰਸਕਾਰ ਸਾਰੇ ਆਉਣੇ ਚਾਹੀਦੇ ਨੇ, ਕਦੋਂ ਕਿਹੜੇ ਗੁਰਪੁਰਬ 'ਤੇ ਕਿਵੇਂ ਨਿਸ਼ਾਨ ਸਾਹਿਬ ਚੜ੍ਹਾਇਆ ਜਾਂਦਾ ਹੈ, ਕਿਵੇਂ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਂਦਾ ਹੈ, ਕਿਵੇਂ ਭੋਗ ਪਾਇਆ ਜਾਂਦਾ ਹੈ, ਜੇ ਕੋਈ ਜਵਾਨ ਸ਼ਹੀਦ ਹੋ ਜਾਂਦਾ ਤਾਂ ਉਹਦੀ ਅਰਦਾਸ ਕਿਵੇਂ ਕੀਤੀ ਜਾਂਦੀ ਹੈ, ਜੇ ਕੋਈ ਆਰਮੀ ਦੇ ਆਫੀਸਰ ਜਾਂ GSO ਦੇ ਬੱਚੇ ਦੀ ਸ਼ਾਦੀ ਹੈ ਔਰ ਤੁਹਾਡੇ ਉੱਥੇ ਆਰਮੀ ਦੇ ਗੁਰਦੁਆਰੇ ਦੇ ਵਿੱਚ ਤੁਸੀਂ ਉਹ ਸਾਰਾ ਜਿਹੜਾ ਆਨੰਦ ਕਾਰਜ ਦੀ ਰਸਮ ਜਿਹੜੀ ਕਿਵੇਂ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਿੱਖ ਕੇ ਜਾਣੀਆਂ, ਤੁਹਾਨੂੰ ਪ੍ਰੈਕਟੀਕਲੀ ਆਉਣੀਆਂ ਚਾਹੀਦੀਆਂ ਨੇ। ਉਸ ਤੋਂ ਅੱਗੇ ਜਿਹੜੇ ਤੁਹਾਨੂੰ ਇੰਟਰਵਿਊ ਵਿੱਚ ਸਵਾਲ ਪੁੱਛੇ ਜਾਂਦੇ ਨੇ, ਉਹ ਕਈ ਵਾਰ ਬੜੇ ਸਵਾਲ ਘੁਮਾ ਫਿਰਾ ਕੇ ਪੁੱਛੇ ਜਾਂਦੇ ਨੇ, ਔਰ ਉਹਦਾ ਤੁਸੀਂ ਜਿਹੜਾ ਜਵਾਬ ਦੇਣਾ, ਤੁਸੀਂ ਧਿਆਨ ਨਾਲ ਦੇਣਾ ਜਵਾਬ।
ਅਸਲੀਅਤ ਉਹਦੇ ਵਿੱਚ ਝਲਕਣੀ ਚਾਹੀਦੀ ਹੈ। ਔਰ ਸਭ ਤੋਂ ਜਿਹੜੀ ਮੇਨ ਗੱਲ ਹੈ, ਤੁਹਾਡੇ ਜਵਾਬ ਦੇ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਹੋਣੀ ਚਾਹੀਦੀ ਹੈ। ਮੰਨ ਲਓ ਤੁਹਾਨੂੰ ਇੰਟਰਵਿਊ ਵਿੱਚ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਮਿਕਸ ਯੂਨਿਟ ਵਿੱਚ ਚਲੇ ਗਏ ਹੋ, ਜਿੱਥੇ ਡੋਗਰੇ ਵੀ ਨੇ, ਮੁਸਲਮਾਨ ਵੀ ਨੇ, ਸਿੱਖ ਮੁੰਡੇ ਵੀ ਨੇ, ਔਰ ਉੱਥੇ ਇੱਕੋ ਬਿਲਡਿੰਗ ਹੈ, ਔਰ ਇੱਕੋ ਬਿਲਡਿੰਗ ਦੇ ਵਿੱਚ ਹੀ ਜਿਹੜੀ ਮਸਜਿਦ ਵੀ ਬਣੇਗੀ। ਨੌਜਵਾਨ ਜਿਹੜੇ ਮੁਸਲਮਾਨ ਨੇ, ਆਰਮੀ ਦੇ ਜਿਹੜੇ ਸੋਲਜਰ, ਉਹ ਵੀ ਉੱਥੇ ਆਪਦੀ ਨਮਾਜ਼ ਪੜ੍ਹਨਗੇ। ਉੱਥੇ ਹੀ ਪੰਡਿਤ ਜੀ ਜਿਹੜੇ ਉਹ ਵੀ ਪੂਜਾ ਕਰਨਗੇ, ਔਰ ਉਸੇ ਬਿਲਡਿੰਗ ਦੇ ਵਿੱਚ ਹੀ ਗ੍ਰੰਥ ਸਾਹਿਬ ਵੀ ਹੋਏਗਾ। ਤੁਸੀਂ ਵੀ ਨਿਤਨੇਮ ਕਰੋਗੇ, ਤੁਸੀਂ ਕਿਵੇਂ ਕਰੋਗੇ? ਇਸ ਤਰ੍ਹਾਂ ਦੇ ਸਵਾਲ ਜਿਹੜੇ ਪੁੱਛੇ ਜਾਂਦੇ ਨੇ। ਸੋ ਤੁਸੀਂ ਉੱਥੇ ਜਵਾਬ ਇਹੀ ਦੇਣਾ, ਹਾਂਜੀ ਜਿਸ ਤਰ੍ਹਾਂ ਦੀ ਵੀ ਸਿਚੁਏਸ਼ਨ ਹੋਏਗੀ, ਮੈਂ ਯੂਨਿਟ ਦੇ ਕਮਾਂਡਰ ਨਾਲ ਜਾਂ ਉੱਥੋਂ ਦੇ ਜੋ ਪ੍ਰਬੰਧਕ ਹੋਣਗੇ, ਐਸਐਮ ਸਾਹਿਬ, ਉਹਨਾਂ ਨਾਲ ਮਿਲ ਕੇ ਮੈਂ ਹੈਂਡਲ ਕਰ ਲਵਾਂਗਾ, ਕੋਈ ਗੱਲ ਨਹੀਂ ਹੈ। ਜਿਹੜੀ ਮੁਸੀਬਤ ਦੇ ਸਮੇਂ ਜਿਹੜਾ ਹੁਣ ਆਪਾਂ ਵੇਖਦੇ ਹਾਂ ਪੰਜਾਬ ਵਿੱਚ ਜਦੋਂ ਹੜ੍ਹ ਆਏ ਨੇ ਤੇ ਗ੍ਰੰਥ ਸਾਹਿਬ ਦੀ ਸਵਾਰੀ ਕਿਵੇਂ ਲੋਕ ਜਿਹੜੇ ਸਿਰ ਤੇ ਮਹਾਰਾਜ ਦੇ ਸਰੂਪ ਚੱਕ ਕੇ ਲਿਜਾ ਰਹੇ ਨੇ, ਉੱਥੇ ਜ਼ਰੂਰੀ ਨਹੀਂ ਕਿ ਤੁਸੀਂ ਸਾਰੀ ਮਰਿਆਦਾ ਜਿਹੜੀ ਨਿਭਾਉਣੀ ਹੈ। ਉੱਥੇ ਵਕਤ ਵਿਚਾਰੇ ਸੋ ਬੰਦਾ ਹੋਏ ਵਾਲੀ ਜਿਹੜੀ ਗੁਰਬਾਣੀ ਦੀ ਜਿਹੜੀ ਉਦਾਹਰਣ ਆ, ਤੁਹਾਨੂੰ ਆਪਣੇ ਤੇ ਟਿਕਾਉਣੀ ਪੈਣੀ ਹੈ ਕਿ ਤੁਸੀਂ ਉੱਥੇ ਇੱਕ ਵਾਰੀ ਸਵਾਲ ਦਾ ਜਵਾਬ ਦੇ ਕੇ ਤੁਸੀਂ ਅੱਗੇ ਨਿਕਲਣਾ। ਉਹ ਜਦੋਂ ਸਿਚੁਏਸ਼ਨ ਆਏਗੀ ਦੇਖੀ ਜਾਏਗੀ, ਹੋ ਸਕਦਾ ਨਾ ਵੀ ਜ਼ਿੰਦਗੀ ਦੇ ਵਿੱਚ, ਪਰ ਤੁਸੀਂ ਸਵਾਲ ਦੇ ਵਿੱਚ ਕਦੇ ਵੀ ਉਲਝਣਾ ਨਹੀਂ ਹੈ। ਔਰ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਸਵਾਲ ਇਹ ਵੀ ਪੁੱਛਿਆ ਜਾਂਦਾ ਕਈ ਵਾਰ ਵੀ, ਮੰਨ ਲਓ ਜਿਵੇਂ ਪੰਜਾਬ ਦੇ ਵਿੱਚ 84 ਦੇ ਵਿੱਚ ਜਿਹੜਾ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀ, ਜਾਂ ਪੰਜਾਬ ਦੇ ਵਿੱਚ ਜਿਹੜਾ ਦੌਰ ਪਿਛਲੇ ਸਮੇਂ ਦੇ ਵਿੱਚ ਚੱਲਿਆ, ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਫੌਜ ਵੱਲੋਂ ਵੀ ਤੇ ਸਾਰੇ ਕਿਤਾਬਾਂ ਦੇ ਵਿੱਚ ਉਹਨੂੰ ਅੰਤਕਵਾਦ ਦਾ ਦੌਰ ਕਿਹਾ ਜਾਂਦਾ ਹੈ। ਤੇ ਉਹ ਤੁਹਾਨੂੰ ਪੁੱਛਿਆ ਜਾਏਗਾ ਵੀ ਤੁਸੀਂ ਉਹਦੇ ਬਾਰੇ ਕੀ ਜਾਣਦੇ ਹੋ, ਤੁਹਾਨੂੰ ਕੀ ਲੱਗਦਾ ਹੈ ਵੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਹੀ ਸਨ ਜਾਂ ਇੰਦਰਾ ਗਾਂਧੀ ਨੇ ਹਮਲਾ ਕੀਤਾ? ਕਈ ਵਾਰੀ ਇਹ ਸਵਾਲ ਇਸ ਤਰ੍ਹਾਂ ਦਾ ਪੁੱਛਿਆ ਜਾਂਦਾ ਹੈ ਕਿ ਇਹ ਬੱਚਾ ਜਵਾਬ ਕਿੱਧਰ ਨੂੰ ਲੈ ਕੇ ਜਾਂਦਾ ਹੈ। ਇਹਨੂੰ ਅਗਰ ਆਰਮੀ ਦੇ ਵਿੱਚ ਕਦੇ ਕਿਸੇ ਨੇ ਪੁੱਛ ਲਿਆ ਤਾਂ ਕੀ ਜਵਾਬ ਦੇਗਾ? ਤੇ ਮੈਨੂੰ ਲੱਗਦਾ ਮੇਰੇ ਹਿਸਾਬ ਨਾਲ ਤੁਸੀਂ ਇਹੀ ਜਵਾਬ ਦੇਣਾ ਜੀ, ਆਪਾਂ ਸਾਰੇ 84 ਤੋਂ ਬਾਅਦ ਹੀ ਤਕਰੀਬਨ ਜਨਮ ਹੋਇਆ, ਉਦੋਂ ਵੱਧ ਤੋਂ ਵੱਧ ਕੋਈ 5-7 ਸਾਲ ਦਾ ਹੋਏਗਾ। ਤੇ ਤੁਸੀਂ ਇਹ ਕਹਿਣਾ ਜੀ ਮੈਂ ਜੋ ਕਿਤਾਬਾਂ ਵਿੱਚ ਪੜ੍ਹਿਆ, ਮੈਂ ਤੁਹਾਨੂੰ ਇਹ ਦੱਸ ਸਕਦਾ ਮੈਨੂੰ ਅਸਲੀਅਤ ਦੀ ਜਾਣਕਾਰੀ ਨਹੀਂ। ਇਹਦੇ ਕਰਕੇ ਸਾਡੇ ਵੱਡੇ ਪੁਰਖਿਆਂ ਨੇ ਜੋ ਦੇਖਿਆ ਉਹ ਉਹਨਾਂ ਨੇ ਲਿਖਿਆ, ਮੈਂ ਉਹ ਜੋ ਪੜ੍ਹਿਆ ਮੇਰੇ ਵਾਸਤੇ ਉਹ ਹੈ। ਮੈਨੂੰ ਉਹਦੀ ਅਸਲੀਅਤ, ਉਹਦੇ ਬਾਰੇ ਕੋਈ ਜਾਣਕਾਰੀ ਨਹੀਂ, ਉਹਦੇ ਵਿੱਚ ਕੀ ਸਹੀ ਸੀ ਕੀ ਝੂਠ ਸੀਗਾ। ਮੈਂ ਅੱਜ ਦੀ ਜਿਹੜੀ ਜੋ ਮੈਂ ਅੱਖੀਂ ਦੇਖਿਆ ਉਹਦੇ ਬਾਰੇ ਮੈਂ ਗੱਲ ਕਰ ਸਕਦਾ। ਤੁਸੀਂ ਮੈਨੂੰ ਸਵਾਲ ਪੁੱਛਿਆ ਗਿਆ ਸੀ, ਮੈਂ ਇਹੀ ਜਵਾਬ ਦਿੱਤਾ ਸੀ ਵੀ ਮੈਨੂੰ ਉਹਦੀ ਸਹੀ ਜਾਣਕਾਰੀ ਨਹੀਂ, ਮੈਂ ਜੋ ਕਿਤਾਬਾਂ ਦੇ ਵਿੱਚ ਪੜ੍ਹਿਆ ਮੈਂ ਉਹੀ ਜਾਣਦਾ। ਤੇ ਇਸ ਤਰ੍ਹਾਂ ਤੁਹਾਨੂੰ ਹੋਰ ਵੀ ਬੜੇ ਸਵਾਲ ਜਿਹੜੇ ਉਹ ਪੁੱਛੇ ਜਾਂਦੇ ਨੇ ਵੀ ਤੁਸੀਂ ਗੁਰਦੁਆਰਾ ਸਾਹਿਬ ਡਿਊਟੀ ਕਰ ਰਹੇ ਹੋ ਯੂਨਿਟ ਦੇ ਵਿੱਚ, ਤੇ ਯੂਨਿਟ ਤੁਹਾਡੀ ਫੀਲਡ ਇਲਾਕੇ ਵਿੱਚ ਆ, ਉੱਥੇ ਜਿਹੜੇ ਫਦਾਇਨ ਹਮਲਾ ਹੋ ਗਿਆ, ਤੁਸੀਂ ਪਾਠ ਕਰ ਰਹੇ ਹੋ, ਤੁਹਾਡੇ ਗੁਰਦੁਆਰੇ ਦੇ ਵਿੱਚ ਇੱਕ ਉੱਥੇ ਅੱਤਵਾਦੀ ਆ ਗਿਆ ਹਥਿਆਰ ਲੈ ਕੇ, ਉਹਨੇ ਉੱਥੇ ਜਿਹੜੇ ਜਵਾਨ ਬੈਠੇ ਨੇ ਉਹਨਾਂ ਨੂੰ ਵੀ ਗੋਲੀਆਂ ਮਾਰਿਆ, ਤੁਸੀਂ ਕੀ ਕਰੋਗੇ? ਤਾਂ ਤੁਸੀਂ ਉੱਥੇ ਹੀ ਕਹਿਣਾ ਕਿ ਮੈਂ ਆਪਣਾ ਪਾਠ ਜਿਹੜਾ ਬੰਦ ਕਰਕੇ ਔਰ ਸਭ ਤੋਂ ਪਹਿਲਾਂ ਮੈਂ ਆਪਣੀ ਜਾਨ ਬਚਾਵਾਂਗਾ ਔਰ ਕਿਸੇ ਪਾਸੇ ਔਰ ਕੋਸ਼ਿਸ਼ ਕਰਾਂਗੇ ਕਿ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਜਿਹੜਾ ਉਹ ਬੰਦਾ ਹਥਿਆਰ ਲੈ ਕੇ ਆਇਆ ਉਹਨੂੰ ਰੋਕਿਆ ਜਾਵੇ, ਉਹਨੂੰ ਜਫਾ ਮਾਰ ਕੇ ਫੜਿਆ ਜਾਵੇ ਤਾਂ ਕਿ ਯੂਨਿਟ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ। ਇਹ ਕਹਿਣ ਦਾ ਮਤਲਬ ਤੁਸੀਂ ਉੱਥੇ ਇਹ ਨਹੀਂ ਕਹਿ ਸਕਦੇ ਨਹੀਂ ਜੀ ਮਰਿਆਦਾ ਦੇ ਵਿੱਚ ਤਾਂ ਇਹ ਆ ਕਿ ਪਾਠ ਬੰਦ ਨਹੀਂ ਹੋਣਾ ਚਾਹੀਦਾ, ਕਿਉਂਕਿ ਹੋ ਸਕਦਾ ਤੁਸੀਂ ਵੈਸੇ ਦਿਨੇ ਸਹਿਜ ਪਾਠ ਕਰ ਰਹੇ ਹੋ ਜਾਂ ਤੁਸੀਂ ਨਿਤਨੇਮ ਕਰ ਰਹੇ ਹੋ, ਉਹਦੇ ਵਿੱਚ ਆਪਾਂ ਗੁਟਕਾ ਸਾਹਿਬ ਰੱਖ ਸਕਦੇ ਹਾਂ। ਉੱਥੇ ਇਹ ਥੋੜ੍ਹੀ ਪੁੱਛਿਆ ਜਾਂਦਾ ਵੀ ਤੁਸੀਂ ਅਖੰਡ ਪਾਠ ਕਰ ਰਹੇ ਹੋ ਜਾਂ ਇਸ ਤਰ੍ਹਾਂ। ਤੇ ਉਹ ਤੁਸੀਂ ਜਿਹੜਾ ਉੱਥੇ ਮੌਕਾ ਸੰਭਾਲਣ ਵਾਲਾ ਜਵਾਬ ਜਿਹੜਾ ਤੁਹਾਡਾ ਹੋਣਾ ਚਾਹੀਦਾ, ਇਹ ਗੱਲ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣੀ ਹੈ। ਤੀਸਰਾ ਜਿਹੜਾ ਸਮੇਂ ਦਾ ਪਾਬੰਦ, ਜਿਹੜੀ ਮੈਂ ਗੱਲ ਕੀਤੀ ਸੀ 5 ਮਿੰਟ ਅਰਦਾਸ ਵਾਲੀ, ਇਹ ਫੌਜ ਵਿੱਚ ਬਹੁਤ ਜ਼ਰੂਰੀ ਆ। ਕਿਉਂਕਿ ਜਦੋਂ ਵੀ ਤੁਸੀਂ ਰਿਲੀਜੀਅਸ ਟੀਚਰ ਬਣਦੇ ਹੋ, ਤੁਸੀਂ ਪ੍ਰੋਗਰਾਮ ਕਰਦੇ ਹੋ, ਮੰਨ ਲਓ 1 ਘੰਟੇ ਦਾ ਟਾਈਮ ਹੈ ਫੌਜ ਦੇ ਵਿੱਚ, 8 ਤੋਂ 9 ਤੇ 9 ਵਜੇ ਜਿਹੜੇ ਤੁਹਾਡੇ ਕਮਾਂਡਰ ਸਾਹਿਬ ਨੇ ਉਹਨੇ ਕਿਤੇ ਅੱਗੇ ਮੀਟਿੰਗ ਦੇ ਵਿੱਚ ਜਾਣਾ ਹੁੰਦਾ ਹੈ। ਜੇ ਤੁਸੀਂ ਕਥਾ ਕਰਦੇ ਕਰਦੇ 9:15 ਕਰ ਦਿਓਗੇ ਤਾਂ ਉਹ ਵਿੱਚੋਂ ਉੱਠ ਕੇ ਚਲਾ ਜਾਏਗਾ, ਤਾਂ ਉਹਦਾ ਬੜਾ ਗਲਤ ਜਿਹੜਾ ਇਫੈਕਟ ਤੁਹਾਡੇ ਤੇ ਪਏਗਾ। ਤੁਹਾਡੇ ਜਿਹੜੇ ਉੱਥੇ ਸਬੰਧ ਹੈ, ਤੁਹਾਡੇ ਜਿਹੜੇ ਰਿਸ਼ਤੇ ਆ, ਉਹ ਬੜੇ ਗਲਤ ਬਣ ਜਾਂਦੇ ਆ, ਫਿਰ ਤੁਹਾਨੂੰ ਉੱਥੇ ਡਿਊਟੀ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ। ਇਹਦੇ ਕਰਕੇ ਇੰਟਰਵਿਊ ਦੇ ਵਿੱਚ ਵੀ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ ਵੀ ਤੁਸੀਂ ਸਹੀ ਸਮੇਂ ਦੇ ਵਿੱਚ ਕਿਵੇਂ ਕੰਪਲੀਟ ਕਰਦੇ ਹੋ। ਔਰ ਜੋ ਵੀ ਜਿੱਥੇ ਵੀ ਤੁਹਾਨੂੰ ਡਿਊਟੀ ਮਿਲੇਗੀ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਜੋ ਵੀ ਸਮਾਨ ਹੋਏਗਾ, ਜੋ ਵੀ ਉੱਥੇ ਪ੍ਰੋਪਰਟੀ ਹੋਏਗੀ ਗੁਰਦੁਆਰਾ ਸਾਹਿਬ ਦੀ, ਉਹ ਸਾਰੀ ਤੁਹਾਡੀ ਦੇਖ ਰੇਖ, ਤੁਹਾਡੀ ਜ਼ਿੰਮੇਵਾਰੀ ਹੋਏਗੀ। ਜਦੋਂ ਵੀ ਪ੍ਰੋਗਰਾਮ ਕਰਨਾ ਹੁੰਦਾ ਉੱਥੇ ਵੀ ਸਾਰੀ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਸਿਰਫ ਇਹ ਨਹੀਂ ਆਪਾਂ ਪਾਠ ਜਾਂ ਕੀਰਤਨ ਹੀ ਕਰਨਾ, ਨਹੀਂ, ਤੁਸੀਂ ਕੁਸ਼ਲ ਪ੍ਰਬੰਧਕ ਵੀ ਹੋਣੇ ਚਾਹੀਦੇ ਹੋ। ਇਹ ਗੱਲ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣੀ ਹੈ। ਔਰ ਤੀਸਰਾ ਜਿਹੜਾ ਤੁਹਾਨੂੰ ਗੁਰਬਾਣੀ ਵਿਆਕਰਨ ਦਾ ਪੂਰਾ ਗਿਆਨ ਹੋਣਾ ਚਾਹੀਦਾ, ਲਗਾ ਮਾਤਰਾ ਔਰ ਜੈਦੇਵ ਦਾ ਪਤਾ ਤਕਰੀਬਨ ਹੀ ਹਰ ਇੰਟਰਵਿਊ ਦੇ ਵਿੱਚ ਕਈ ਵਾਰ ਕੈਂਡੀਡੇਟ ਤੋਂ ਜ਼ੁਬਾਨੀ ਸੁਣਿਆ ਜਾਂਦਾ ਹੈ, ਉਹ ਤੁਹਾਨੂੰ ਜ਼ੁਬਾਨੀ ਜਿਹੜਾ ਯਾਦ ਹੋਣਾ ਚਾਹੀਦਾ ਹੈ। ਸ਼ਲੋਕ ਸੰਸਕ੍ਰਿਤੀ ਕਈ ਵਾਰ ਪੜ੍ਹਾ ਕੇ ਦੇਖੇ ਜਾਂਦੇ ਨੇ ਵੀ ਇਹਨੂੰ ਆਉਂਦੇ ਆ ਕਿ ਨਹੀਂ ਆਉਂਦੇ ਪਾਠ ਇਸ ਤਰ੍ਹਾਂ। ਔਰ ਇਹ ਤੁਸੀਂ ਜ਼ਰੂਰ ਜਿਹੜਾ ਤੁਹਾਡੇ ਸ਼ਬਦਾਂ ਦੇ ਵਿੱਚ ਬੋਲਾਂ ਦੇ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਆ। ਇਹ ਨਹੀਂ ਵੀ ਤੁਸੀਂ ਕੁਝ ਬੋਲ ਰਹੇ ਹੋ ਪਰ ਸਾਹਮਣੇ ਵਾਲੇ ਨੂੰ ਸਮਝ ਨਹੀਂ ਆ ਰਿਹਾ, ਜੋ ਬੋਲਣਾ ਉਹ ਕਲੀਅਰ ਹੋਣਾ ਚਾਹੀਦਾ ਹੈ।
ਔਰ ਜਿਹੜਾ 9ਵਾਂ ਪੁਆਇੰਟ ਆ ਉਹ ਹੈ ਕਿ ਤੁਹਾਡਾ ਦੇਸ਼ ਭਗਤੀ ਦਾ ਤੁਹਾਡੇ ਅੰਦਰ ਜਿਹੜਾ ਜਜ਼ਬਾ ਹੋਣਾ ਚਾਹੀਦਾ। ਤੁਹਾਡੀ ਹਰ ਗੱਲ ਦੇ ਵਿੱਚੋਂ ਦੇਸ਼ ਭਗਤੀ ਝਲਕਣੀ ਚਾਹੀਦੀ, ਕਿਉਂਕਿ ਇੱਕ ਗੱਲ ਧਿਆਨ ਵਿੱਚ ਰੱਖਿਓ, ਜਿਹੜੀ ਭਾਰਤੀ ਫੌਜ ਹੈ ਉਹ ਤੁਹਾਨੂੰ ਕੋਈ ਕੀਰਤਨੀਆਂ ਜਾਂ ਗ੍ਰੰਥੀ ਜਾਂ ਪੁਜਾਰੀ ਭਰਤੀ ਨਹੀਂ ਕਰ ਰਹੀ। ਉਹ ਭਾਰਤੀ ਫੌਜ ਦੇ ਨੌਜਵਾਨਾਂ ਨੂੰ ਜਜ਼ਬਾਤੀ ਤੌਰ ਤੇ ਹੌਸਲਾ ਦੇ ਕੇ ਉਹਨਾਂ ਦਾ ਮੋਰਾਲ ਹਾਈ ਕਰਕੇ ਉਹਨਾਂ ਕੋਲੋਂ ਵਧੀਆ ਡਿਊਟੀ ਕਰਾਉਣ ਵਾਸਤੇ ਇੱਕ ਮੋਟੀਵੇਸ਼ਨ ਸਪੀਕਰ ਭਰਤੀ ਕਰ ਰਹੀ ਹੈ। ਉਹ ਅਲੱਗ ਚੀਜ਼ ਹੈ ਕਿ ਉਹ ਆਪਾਂ ਨੂੰ ਜਿਹੜੀ ਡਿਊਟੀ ਆ ਉਹ ਧਰਮ ਸਥਾਨ ਦੀ ਦਿੱਤੀ ਜਾ ਰਹੀ ਆ। ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਤੁਸੀਂ ਮੋਟੀਵੇਸ਼ਨਲ ਕਾਉਂਸਲਰ, ਮੋਟੀਵੇਸ਼ਨਲ ਸਪੀਕਰ ਦੇ ਤੌਰ ਤੇ ਉੱਥੇ ਡਿਊਟੀ ਕਰਨੀ ਹੈ। ਤੁਹਾਡੀ ਹਰ ਗੱਲ ਦੇ ਵਿੱਚੋਂ, ਤੁਹਾਡੇ ਹਰ ਜਵਾਬ ਦੇ ਵਿੱਚੋਂ, ਤੁਹਾਡੀ ਕਥਾ ਵਿਚਾਰ ਦੇ ਵਿੱਚੋਂ ਜਿਹੜਾ ਜਵਾਨਾਂ ਨੂੰ ਤੁਸੀਂ ਮੋਟੀਵੇਟ ਕਿੰਨਾ ਕਰਦੇ ਹੋ, ਉਤਸ਼ਾਹਿਤ ਕਿੰਨਾ ਕਰਦੇ ਹੋ, ਹੌਸਲਾ ਕਿੰਨਾ ਦਿੰਦੇ ਹੋ, ਇਹ ਜਿਹੜਾ ਤੁਹਾਡੀ ਜਵਾਬ ਦੇ ਵਿੱਚ ਇਹ ਚੀਜ਼ ਸਾਰੀ ਹੋਣੀ ਚਾਹੀਦੀ ਹੈ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਔਰ ਇੰਟਰਵਿਊ ਦੇ ਵਿੱਚ ਜਿਹੜੀ ਆਖਰੀ ਚੀਜ਼ ਆ ਉਹ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ ਕਿ ਕੱਟੜਤਾ ਦੀ ਭਾਵਨਾ ਜਿਹੜੀ ਤੁਹਾਡੇ ਵਿੱਚ ਨਹੀਂ ਹੋਣੀ ਚਾਹੀਦੀ, ਕਿਉਂਕਿ ਇੰਟਰਵਿਊ ਦੇ ਵਿੱਚ ਜਿਹੜਾ ਬੋਰਡ ਹੁੰਦਾ ਹੈ ਉੱਥੇ ਰਿਲੀਜੀਅਸ ਟੀਚਰ ਵੀ ਹੋਣਗੇ ਜਿਹੜੇ ਡਿਊਟੀ ਕਰ ਰਹੇ ਨੇ ਫੌਜ ਦੇ ਵਿੱਚ, ਉੱਥੇ ਆਫੀਸਰ ਵੀ ਹੋਣਗੇ ਔਰ ਉੱਥੇ ਇੱਕ ਸੈਕਟਰਿਕ ਵੀ ਹੋਏਗਾ, ਮਨੋ ਰੋਗਾਂ ਦਾ ਜਿਹੜਾ ਡਾਕਟਰ ਹੁੰਦਾ ਉਹ ਵੀ ਹੁੰਦਾ ਹੈ। ਉਹ ਦੇਖਦੇ ਨੇ ਕਿ ਇਹ ਬੰਦਾ ਅਗਰ ਕੱਲ੍ਹ ਨੂੰ ਫੌਜ ਵਿੱਚ ਗ੍ਰੰਥੀ ਭਰਤੀ ਹੁੰਦਾ ਹੈ ਤੇ ਫੌਜ ਦੇ ਵਿੱਚ ਮੰਨ ਲਓ ਕੋਈ ਸਿਚੁਏਸ਼ਨ 84 ਵੇਲੇ ਜਿਸ ਤਰ੍ਹਾਂ ਹੋਈ ਸੀ ਕਿ ਫੌਜੀ ਬੰਦੇ ਜਿਹੜੇ ਆਪਣੇ ਬੈਰਕਾਂ ਛੱਡ ਕੇ ਜਿਹੜੇ ਭੱਜਣ ਲੱਗ ਪਏ ਸੀ, ਉਸ ਤਰ੍ਹਾਂ ਦੀ ਅਗਰ ਸਿਚੁਏਸ਼ਨ ਕਦੇ ਆਉਂਦੀ ਹੈ ਤਾਂ ਇਹ ਯੂਨਿਟ ਦੇ ਕਮਾਂਡਰ ਨਾਲ ਐਸਐਮ ਸਾਹਿਬ ਨਾਲ ਮਿਲ ਕੇ ਸਿਚੁਏਸ਼ਨ ਨੂੰ ਹੈਂਡਲ ਕਿੰਨਾ ਕਰ ਸਕਦਾ ਹੈ, ਉਹ ਤੁਸੀਂ ਜ਼ਰੂਰ ਗੱਲ ਵਿੱਚ ਧਿਆਨ ਵਿੱਚ ਰੱਖਣੀ ਹੈ ਕਿ ਤੁਹਾਡੇ ਵਿੱਚ ਇਹ ਜਿਹੜਾ ਕਾਬਲੀ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਗੱਲ ਤੇ, ਛੋਟੀ ਮੋਟੀ ਗੱਲ ਤੇ ਭੜਕਣ ਵਾਲੇ ਨਹੀਂ ਹੋਣੇ ਚਾਹੀਦੇ। ਇਹ ਆਪਣਾ ਸੁਭਾਅ ਜਿਹੜਾ ਤੁਸੀਂ ਇਸ ਤਰ੍ਹਾਂ ਬਣਾ ਕੇ ਜਿਹੜਾ ਇੰਟਰਵਿਊ ਦੇ ਵਿੱਚ ਜਾਣਾ, ਇਹ ਮੇਰੀ ਗੱਲ ਸਾਰੇ ਜ਼ਰੂਰ ਧਿਆਨ ਵਿੱਚ ਰੱਖਿਓ। ਤੁਹਾਡੀ ਪੜ੍ਹਾਈ ਲਿਖਾਈ, ਤੁਹਾਡੀ ਡਿਗਰੀ ਕੀ ਹੈ, ਉਹ ਸਾਰਾ ਕਿ ਤੁਹਾਡਾ ਇੱਕ ਪਾਸੇ, ਔਰ ਤੁਸੀਂ ਇੱਕ ਇਮਾਨਦਾਰ, ਇੱਕ ਵਫਾਦਾਰ, ਇੱਕ ਦੇਸ਼ ਭਗਤ ਸੋਲਜਰ ਪਹਿਲਾਂ ਹੋਣੇ ਚਾਹੀਦੇ ਹੋ। ਬਾਕੀ ਸਾਰੀਆਂ ਚੀਜ਼ਾਂ, ਤੁਹਾਡਾ ਕੀਰਤਨ, ਤੁਹਾਡੀ ਕਥਾ, ਤੁਹਾਡੀ ਟਰਨ ਆਊਟ, ਉਹ ਸਾਰੀਆਂ 2 3 4 5 ਨੰਬਰ ਤੇ ਨੇ ਸਾਰਾ ਕੁਝ। ਪਹਿਲੀ ਗੱਲ ਜਿਹੜੀ ਤੁਹਾਡੇ ਤੁਸੀਂ ਇੱਕ ਦੇਸ਼ ਭਗਤ, ਇੱਕ ਵਫਾਦਾਰ, ਇੱਕ ਸੋਲਜਰ ਹੋਣੇ ਚਾਹੀਦੇ, ਔਰ ਸਿਹਤ ਜਿਹੜੀ ਤੁਹਾਡੀ ਉਹ ਤੁਸੀਂ ਫਿਜ਼ੀਕਲੀ ਫਿੱਟ ਹੋਣੀ ਚਾਹੀਦੇ ਹੋ। ਜਿਹੜੇ ਵੀਰ ਓਵਰਵੇਟ ਨੇ, ਜਿਨ੍ਹਾਂ ਨੂੰ ਲੱਗਦਾ ਭਾਰ ਜ਼ਿਆਦਾ, ਉਹ ਆਪਣਾ weight ਹੋਣੇ ਤੋਂ ਜਿਹੜਾ ਉਹ ਕੰਟਰੋਲ ਕਰਨਾ ਜਿਹੜਾ ਸ਼ੁਰੂ ਕਰ ਦਿਓ। ਇਹ ਤਾਂ ਮੈਡੀਕਲ ਦੇ ਵਿੱਚ ਹੀ ਤੁਸੀਂ ਨਹੀਂ ਲੰਘੋਗੇ ਜੇ ਤਾਂ ਓਵਰਵੇਟ ਹੋਗੇ। ਤਾਂ ਇਹ ਗੱਲਾਂ ਤੁਸੀਂ ਮੇਰੀਆਂ ਸਾਰੀਆਂ ਧਿਆਨ ਵਿੱਚ ਰੱਖਿਓ ਕਿ ਇੰਟਰਵਿਊ ਦੇ ਵਿੱਚ ਭਾਰਤੀ ਫੌਜ ਵਿੱਚ ਗ੍ਰੰਥੀ ਦੀ ਭਰਤੀ ਹੋਣ ਸਮੇਂ ਉਹ ਤੁਸੀਂ ਕੀ ਜਿਹੜੀ ਤਿਆਰੀ ਕਰਕੇ ਜਾਣੀ ਹੈ। ਤੇ ਜਿਹੜੇ ਵੀ ਵੀਰ ਇਸ ਵਾਰ ਜਿਹੜਾ ਆਨਲਾਈਨ ਐਗਜ਼ਾਮ ਹੋਇਆ RTGS ਦੇ ਵਿੱਚ ਪਾਸ ਹੋਏ ਨੇ, ਸਭ ਨੂੰ ਲੱਖ ਲੱਖ ਵਧਾਈਆਂ। ਹੁਣ ਇੰਟਰਵਿਊ ਦੀ ਤਿਆਰੀ ਤੁਸੀਂ ਸ਼ੁਰੂ ਕਰ ਦਿਓ। ਔਰ ਇਹ ਜਿਹੜੀਆਂ ਮੈਂ ਗੱਲਾਂ ਦੱਸੀਆਂ, ਇਹ ਤੋਂ ਇਲਾਵਾ ਵੀ ਤੁਹਾਨੂੰ ਬੜੀ ਨੌਲੇਜ ਹੋਏਗੀ, ਕਈ 2 3 ਵਾਰ ਇੰਟਰਵਿਊ ਵਿੱਚ ਜਾ ਚੁੱਕੇ ਨੇ, ਹੋਰ ਵੀ ਕਿਤੋਂ ਤੁਹਾਨੂੰ ਪਤਾ ਲੱਗਾ ਹੋਏਗਾ, ਬੜੀ ਚੰਗੀ ਗੱਲ ਹੈ। ਸੋ ਮੇਰੀਆਂ ਵੀ ਇਹ ਗੱਲਾਂ ਤੁਸੀਂ ਕਿਤੇ ਨਾ ਕਿਤੇ ਨੋਟ ਕਰ ਲਿਓ। ਇਹਨਾਂ ਦੇ ਵਿੱਚੋਂ ਵੀ ਤੁਹਾਨੂੰ ਬੜੇ ਹਿੰਟ ਮਿਲ ਜਾਣਗੇ, ਬੜੀਆਂ ਬਰੀਕੀਆਂ ਦੇ ਵਿੱਚੋਂ ਤੁਹਾਨੂੰ ਮਿਲ ਜਾਣਗੀਆਂ ਔਰ ਤੁਹਾਡੇ ਕੰਮ ਆਉਣਗੀਆਂ। ਅਗਰ ਕਿਸੇ ਵੀ ਬੱਚੇ ਦਾ ਕੋਈ ਸਵਾਲ ਹੈ ਇਹਦੇ ਵਿੱਚ ਵੀ, ਹੋਰ ਵੀ ਤੁਸੀਂ ਕੁਝ ਐਕਸਟਰਾ ਪੁੱਛਣਾ ਚਾਹੁੰਦੇ ਹੋ, ਕਿਉਂਕਿ ਮੈਂ ਤਕਰੀਬਨ 15 ਸਾਲ ਰਿਲੀਜੀਅਸ ਟੀਚਰ ਦੀ ਡਿਊਟੀ ਵੀ ਕੀਤੀ ਹੈ ਔਰ ਇੰਟਰਵਿਊ ਦੇ ਵਿੱਚ ਵੀ ਮੈਂ ਗਿਆ ਔਰ ਬਹੁਤ ਸਾਰੇ ਇੰਟਰਵਿਊ ਮੈਂ ਦੇਖੀਆਂ ਵੀ ਨੇ ਕੀ ਉਹਦੇ ਵਿੱਚ ਬੱਚਿਆਂ ਨੂੰ ਮੁਸ਼ਕਲਾਂ ਆਉਂਦੀਆਂ ਨੇ। ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਵੀ ਆਪਣਾ ਨੰਬਰ ਛੱਡ ਸਕਦੇ ਹੋ, ਮੈਂ ਤੁਹਾਨੂੰ ਕਾਲ ਕਰ ਲਵਾਂਗਾ। ਤੁਸੀਂ ਆਪਣੇ ਸਵਾਲ ਕਮੈਂਟ ਵਿੱਚ ਲਿਖ ਵੀ ਸਕਦੇ ਹੋ। ਔਰ ਜੇ ਤੁਹਾਨੂੰ ਮੇਰਾ ਉਪਰਾਲਾ, ਮੇਰੀ ਇਹ ਵੀਡੀਓ, ਮੇਰੀ ਇਹ ਸਲਾਹ, ਮੇਰਾ ਇਹ ਸੁਨੇਹਾ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਆਪ ਪੂਰੀ ਵੀਡੀਓ ਸੁਣਿਓ ਔਰ ਆਪਣੇ ਸੰਗੀ ਸਾਥੀਆਂ, ਦੋਸਤਾਂ, ਮਿੱਤਰਾਂ ਤੱਕ ਜ਼ਰੂਰ ਪਹੁੰਚਾਇਓ ਔਰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤਾਂ ਕਿ ਮੈਨੂੰ ਹੌਸਲਾ ਮਿਲੇ ਔਰ ਮੈਂ ਉਸੇ ਤਰ੍ਹਾਂ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਗਿਆਨ ਭਰਪੂਰ ਵੀਡੀਓ, ਗਿਆਨ ਭਰਪੂਰ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਸਾਂਝੀ ਕਰਦਾ ਰਹਾਂ। ਸੋ ਵੀਡੀਓ ਵੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।